ਦੋਸਤੋ, ਇਨਸਾਨ ਦੇ ਕੋਲ ਵਰਤਮਾਨ ਸਮੇਂ ਵਿੱਚ ਜੋ ਵੀ ਹੁੰਦਾ ਹੈ, ਜੋ ਵੀ ਸੁੱਖ ਸੁਵਿਧਾਵਾਂ ਹੁੰਦੀਆਂ ਹਨ, ਜੋ ਵੀ ਸੁੱਖ ਦੁੱਖ, ਗਰੀਬੀ ਅਮੀਰੀ ਹੁੰਦੀ ਹੈ, ਉਹ ਸਭ ਕੁਝ ਸਾਡੇ ਪਿਛਲੇ ਜਨਮਾਂ ਵਿੱਚ ਕੀਤੇ ਗਏ ਕਰਮਾਂ ਦਾ ਹੀ ਕਰਮਫਲ ਹੁੰਦਾ ਹੈ। ਸਾਡਾ ਅੱਜ ਕੈਸਾ ਹੋਵੇਗਾ, ਇਹ ਸਾਡੇ ਬੀਤੇ ਗਏ ਕੱਲ੍ਹ ਦੇ ਕੀਤੇ ਗਏ ਕਰਮਾਂ ਉੱਤੇ ਨਿਰਭਰ ਕਰਦਾ ਹੈ। ਇਸ ਲਈ ਇਨਸਾਨ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ। ਇਹ ਕਹਾਣੀ ਚੰਗੇ ਮਾੜੇ ਕਰਮਾਂ 'ਤੇ ਆਧਾਰਿਤ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਉਹ ਬਹੁਤ ਹੀ ਧਾਰਮਿਕ ਵਿਚਾਰਾਂ ਵਾਲਾ ਬੰਦਾ ਸੀ। ਉਹ ਮਾਨਵਤਾ ਭਲਾਈ ਦੇ ਕੰਮ ਹਮੇਸ਼ਾ ਕਰਦਾ ਰਹਿੰਦਾ ਸੀ। ਗਰੀਬਾਂ ਤੇ ਦੀਨ ਦੁਖੀਆਂ ਦੀ ਹਰ ਸੰਭਵ ਢੰਗ ਨਾਲ ਸੇਵਾ ਕਰਿਆ ਕਰਦਾ ਸੀ। ਉਹਦੇ ਘਰ ਵਿੱਚ ਅਕਸਰ ਹੀ ਸਾਧੂ ਤੇ ਗਰੀਬਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਉਹ ਵੀ ਆਪਣੀ ਸ਼ਰਧਾ ਦੇ ਅਨੁਸਾਰ ਸਾਧੂਆਂ ਦੀ ਸੇਵਾ ਤੇ ਦੀਨ ਦੁਖੀਆਂ ਦੀ ਮਦਦ ਕਰਿਆ ਕਰਦਾ ਸੀ। ਉਸਦੇ ਕੋਲ ਧਨ ਦੀ ਕੋਈ ਵੀ ਕਮੀ ਨਹੀਂ ਸੀ। ਉਸਦਾ ਮੰਨਣਾ ਸੀ ਕਿ ਸਾਡੇ ਕੋਲ ਜੋ ਕੁਝ ਵੀ ਹੈ ਉਸ ਅਕਾਲ ਪੁਰਖ ਦਾ ਹੀ ਦਿੱਤਾ ਹੋਇਆ ਹੈ ਤੇ ਸਾਰੀ ਸ੍ਰਿਸ਼ਟੀ ਉਸ ਅਕਾਲ ਪੁਰਖ ਨੇ ਹੀ ਸਾਜੀ ਹੈ ਤੇ ਉਸਦੀ ਬਣਾਈ ਹੋਈ ਸ੍ਰਿਸ਼ਟੀ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਉਸਦਾ ਮੰਨਣਾ ਸੀ ਕਿ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਕਰਕੇ ਹੀ ਉਸਨੂੰ ਇਹ ਸੁਖਮਈ ਜ਼ਿੰਦਗੀ ਮਿਲੀ ਹੈ। ਇਸ ਲਈ ਉਹ ਹਮੇਸ਼ਾ ਪਰਉਪਕਾਰ ਤੇ ਪਰਮਾਰਥ ਦੇ ਲਈ ਆਪਣੇ ਧਨ ਨੂੰ ਖਰਚ ਕਰਿਆ ਕਰਦਾ ਸੀ। ਉਹ ਸੇਠ ਦੀ ਇੱਕ ਬੇਟੀ ਸੀ। ਉਸ ਲੜਕੀ ਦੇ ਵਿਚਾਰ ਵੀ ਬਹੁਤ ਵਧੀਆ ਸਨ। ਜਦੋਂ ਲੜਕੀ ਵੱਡੀ ਹੋ ਗਈ ਤਾਂ ਉਸਦਾ ਵਿਆਹ ਇੱਕ ਵਧੀਆ ਤੇ ਵੱਡੇ ਪਰਿਵਾਰ ਵਿੱਚ ਕਰ ਦਿੱਤਾ ਗਿਆ। ਉਹ ਪਰਿਵਾਰ ਧਨਵਾਨ ਤਾਂ ਬਹੁਤ ਸੀ, ਪਰ ਦਾਨਪੁੰਨ ਤੇ ਸੰਤਾਂ ਮਹਾਤਮਾ ਦੀ ਸੰਗਤ ਤੋਂ ਕੋਹਾਂ ਦੂਰ ਸੀ। ਇੱਕ ਦਿਨ ਸ਼ਾਹੂਕਾਰ ਦੀ ਬੇਟੀ ਆਪਣੇ ਸਹੁਰੇ ਘਰ ਸੱਸ ਦੇ ਕੋਲ ਬੈਠੀ ਹੋਈ ਸੀ ਤਾਂ ਉਦੋਂ ਹੀ ਬਾਹਰੋਂ ਇੱਕ ਫਕੀਰ ਨੇ ਆਵਾਜ਼ ਲਗਾਈ ਤੇ ਖਾਣ ਦੇ ਲਈ ਕੁਝ ਮੰਗਿਆ। ਇਹ ਸੁਣ ਕੇ ਸੱਸ ਨੇ ਲੜਕੀ ਨੂੰ ਕਿਹਾ ਕਿ ਬੇਟੀ, ਤੂੰ ਫਕੀਰ ਦੇ ਕੋਲ ਜਾ ਤੇ ਜਾ ਕੇ ਕਹਿ ਦੇ ਕਿ ਇੱਥੇ ਖਾਣ ਦੇ ਲਈ ਕੁਝ ਨਹੀਂ ਹੈ। ਲੜਕੀ ਨੇ ਵੀ ਆਪਣੀ ਸੱਸ ਦੀ ਆਗਿਆ ਮੰਨਦੇ ਹੋਏ ਫਕੀਰ ਦੇ ਕੋਲ ਜਾ ਕੇ ਕਿਹਾ ਕਿ ਮਹਾਰਾਜ, ਇੱਥੇ ਖਾਣ ਦੇ ਲਈ ਕੁਝ ਨਹੀਂ ਹੈ। ਤਾਂ ਫਕੀਰ ਨੇ ਬੜੇ ਹੀ ਪ੍ਰੇਮ ਦੇ ਨਾਲ ਪੁੱਛਿਆ, ਤਾਂ ਫਿਰ ਬੇਟੀ ਤੁਸੀਂ ਕੀ ਖਾਂਦੇ ਹੋ? ਤਾਂ ਲੜਕੀ ਨੇ ਉੱਤਰ ਦਿੱਤਾ ਕਿ ਮਹਾਰਾਜ, ਅਸੀਂ ਬੇਹਾ ਖਾਣਾ ਖਾਂਦੇ ਹਾਂ। ਤਾਂ ਫਕੀਰ ਨੇ ਮੁਸਕਰਾਉਂਦੇ ਹੋਏ ਪੁੱਛਿਆ ਕਿ ਬੇਟੀ, ਜਦੋਂ ਉਹ ਬੇਹਾ ਖਾਣਾ ਖਤਮ ਹੋ ਜਾਵੇਗਾ ਤਾਂ ਫਿਰ ਤੁਸੀਂ ਕੀ ਖਾਵੋਗੇ? ਤਾਂ ਲੜਕੀ ਨੇ ਬੜੀ ਹੀ ਨਿਮਰਤਾ ਦੇ ਨਾਲ ਉੱਤਰ ਦਿੱਤਾ, ਫਿਰ ਮਹਾਰਾਜ, ਅਸੀਂ ਤੁਹਾਡੇ ਵਾਂਗੂ ਭੀਖ ਮੰਗਾਂਗੇ। ਇਹ ਸੁਣ ਕੇ ਸਾਧੂ ਤਾਂ ਉੱਥੋਂ ਚਲਾ ਗਿਆ, ਪਰ ਅੰਦਰ ਬੈਠੀ ਲੜਕੀ ਦੀ ਸੱਸ ਜੋ ਬਾਹਰ ਹੋ ਰਹੀ ਸਾਧੂ ਦੇ ਨਾਲ ਗੱਲਬਾਤ ਨੂੰ ਸੁਣ ਰਹੀ ਸੀ ਤੇ ਜਦੋਂ ਲੜਕੀ ਅੰਦਰ ਗਈ ਤਾਂ ਉਹ ਲੜਕੀ ਉੱਤੇ ਚਿਲਾਉਂਦੀ ਹੋਈ ਬੋਲੀ ਕਿ ਤੂੰ ਚੰਗੀ ਸਾਡੀ ਗੁੱਡੀ ਬਣ ਰਹੀ ਹੈ, ਸਾਰਾ ਕੁਝ ਚੰਗਾ ਖਾਂਦੇ ਪਹਿਨਦੇ ਹੋਏ ਬਾਹਰ ਸਾਡੀ ਭੰਡੀ ਕਰ ਰਹੀ ਹੈ। ਜ਼ਰਾ ਦੱਸ ਤਾਂ ਸਹੀ, ਅਸੀਂ ਤੈਨੂੰ ਕਦੋਂ ਬੇਹਾ ਖਾਣਾ ਦਿੱਤਾ ਤੇ ਉੱਤੋਂ ਤੂੰ ਭਿਖਾਰੀ ਨੂੰ ਕਹਿ ਰਹੀ ਹੈ ਕਿ ਅਸੀਂ ਭੀਖ ਮੰਗਾਂਗੇ। ਤੂੰ ਚਾਹੁੰਦੀ ਕੀ ਹੈ? ਸੱਸ ਨੇ ਆਪਣੀ ਬਹੂ ਨੂੰ ਬਹੁਤ ਬੁਰਾ ਭਲਾ ਕਿਹਾ। ਲੜਕੀ ਨੇ ਆਪਣੀ ਸੱਸ ਨੂੰ ਹੱਥ ਜੋੜ ਕੇ ਕਿਹਾ ਕਿ ਮਾਤਾ ਜੀ, ਮੈਂ ਕੋਈ ਝੂਠ ਨਹੀਂ ਬੋਲਿਆ, ਅਸੀਂ ਬੇਹਾ ਖਾਣਾ ਹੀ ਖਾ ਰਹੇ ਹਾਂ। ਇਹ ਸੁਣ ਕੇ ਸੱਸ ਗੁੱਸੇ ਦੇ ਨਾਲ ਲਾਲ ਪੀਲੀ ਹੋ ਗਈ ਤੇ ਬੁੜਬੁੜ ਕਰਨ ਲੱਗੀ। ਤੇ ਸ਼ਾਮ ਵੇਲੇ ਜਦੋਂ ਲੜਕੀ ਦਾ ਸਹੁਰਾ ਘਰ ਆਇਆ ਤਾਂ ਆਪਣੀ ਪਤਨੀ ਨੂੰ ਇਸ ਤਰ੍ਹਾਂ ਦੇਖ ਕੇ ਉਸ ਨੂੰ ਪੁੱਛਣ ਲੱਗਾ ਕਿ ਕੀ ਗੱਲ ਹੈ। ਉਸਨੇ ਜਲੇ ਕੱਟੇ ਸ਼ਬਦਾਂ ਵਿੱਚ ਕਿਹਾ ਕਿ ਤੁਹਾਡੀ ਨੂੰਹ ਗਲੀ ਮੁਹੱਲੇ ਵਿੱਚ ਤੁਹਾਡੀ ਚੰਗੀ ਇੱਜ਼ਤ ਬਣਾ ਰਹੀ ਹੈ ਤੇ ਕਹਿੰਦੀ ਹੈ ਕਿ ਅਸੀਂ ਬੇਹਾ ਖਾਣਾ ਖਾਂਦੇ ਹਾਂ ਤੇ ਜਦੋਂ ਇਹ ਖਾਣਾ ਖਤਮ ਹੋ ਜਾਵੇਗਾ ਤੇ ਅਸੀਂ ਦਰ-ਦਰ ਤੇ ਜਾ ਕੇ ਭੀਖ ਮੰਗਾਂਗੇ। ਸਹੁਰਾ ਸਾਧੂ ਵਿਚਾਰਾਂ ਵਾਲਾ ਤਾਂ ਨਹੀਂ ਸੀ, ਪਰ ਸਮਝਦਾਰ ਸੀ ਤੇ ਸ਼ਾਂਤ ਸੁਭਾਅ ਵਾਲਾ ਬੰਦਾ ਸੀ। ਉਸਨੇ ਆਪਣੀ ਨੂੰਹ ਨੂੰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਬੇਟਾ, ਕੀ ਗੱਲ ਹੈ? ਇਸ ਤਰ੍ਹਾਂ ਤੂੰ ਕਿਉਂ ਕਿਹਾ? ਇਸ ਦਾ ਮਤਲਬ ਕੀ ਹੈ? ਨੂੰਹ ਨੇ ਸਾਰੀ ਗੱਲ ਕਹਿ ਸੁਣਾਈ ਤੇ ਜਦੋਂ ਸੇਠ ਨੇ ਪੁੱਛਿਆ ਕਿ ਬੇਟੀ, ਅਸੀਂ ਤੈਨੂੰ ਬੇਹਾ ਖਾਣਾ ਕਦੋਂ ਦਿੰਦੇ ਹਾਂ? ਤਾਂ ਨੂੰਹ ਨੇ ਕਿਹਾ ਕਿ ਪਿਤਾ ਜੀ, ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰਾ ਜੀਵਨ ਪੂਰਾ ਸੁੱਖ ਸ਼ਾਂਤੀ ਦੇ ਨਾਲ ਗੁਜ਼ਰਿਆ ਹੈ। ਚਾਹੇ ਮੇਰੇ ਮਾਂ-ਬਾਪ ਦਾ ਘਰ ਹੋਵੇ ਜਾਂ ਫਿਰ ਮੇਰੇ ਸਹੁਰਿਆਂ ਦਾ ਘਰ ਹੋਵੇ, ਮੈਨੂੰ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਮਿਲਿਆ ਹੈ। ਪਰ ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਮੈਨੂੰ ਹੀ ਇਹ ਸੁੱਖ ਸੁਵਿਧਾਵਾਂ ਕਿਉਂ ਮਿਲੀਆਂ ਹਨ? ਅਕਾਲ ਪੁਰਖ ਦੀ ਇਸ ਸ੍ਰਿਸ਼ਟੀ ਦੇ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਹਨ ਜਿਨ੍ਹਾਂ ਨੂੰ ਰੋਜ਼ਾਨਾ ਭਰਪੇਟ ਖਾਣਾ ਵੀ ਨਸੀਬ ਨਹੀਂ ਹੁੰਦਾ। ਨਾ ਤਾਂ ਉਹਨਾਂ ਦੇ ਸਿਰ ਉੱਤੇ ਛੱਤ ਹੈ ਤੇ ਨਾ ਹੀ ਜਿਸਮ ਢੱਕਣ ਵਾਸਤੇ ਪੂਰੇ ਕੱਪੜੇ ਹਨ। ਆਖਿਰ ਐਸਾ ਕਿਉਂ ਹੈ? ਇੰਨਾ ਫਰਕ ਕਿਸ ਤਰ੍ਹਾਂ ਹੈ? ਕੀ ਕੁਦਰਤ ਭੇਦਭਾਵ ਕਰਦੀ ਹੈ? ਨਹੀਂ ਪਿਤਾ ਜੀ, ਇਹ ਸਭ ਸਾਡੇ ਪਿਛਲੇ ਕੀਤੇ ਗਏ ਕਰਮਾਂ ਦਾ ਹੀ ਕਰਮਫਲ ਹੈ। ਜੇ ਅਸੀਂ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ ਤਾਂ ਸਾਨੂੰ ਇਹ ਸੁਖਮਈ ਜ਼ਿੰਦਗੀ ਮਿਲੀ ਹੈ, ਜਿਨ੍ਹਾਂ ਦਾ ਜਮ੍ਹਾਂ ਕੀਤਾ ਹੋਇਆ ਅਸੀਂ ਹੁਣ ਤੱਕ ਖਰਚ ਕਰਦੇ ਆ ਰਹੇ ਹਾਂ। ਪਿਤਾ ਜੀ, ਅਸੀਂ ਪਿਛਲੇ ਜਨਮਾਂ ਦਾ ਜਮ੍ਹਾਂ ਕੀਤਾ ਹੋਇਆ ਬੇਹਾ ਖਾਣਾ ਖਾ ਰਹੇ ਹਾਂ, ਜਮ੍ਹਾਂ ਕੀਤਾ ਗਿਆ ਫਲ ਖਰਚ ਕਰ ਰਹੇ ਹਾਂ। ਅਸੀਂ ਆਪਣੇ ਵਰਤਮਾਨ ਵਿੱਚ ਐਸਾ ਕੋਈ ਵੀ ਕਰਮ ਨਹੀਂ ਕਰ ਰਹੇ ਜਿਨ੍ਹਾਂ ਕਰਮਾਂ ਦੇ ਫਲਸਰੂਪ ਸਾਨੂੰ ਅਗਲੇ ਜਨਮ ਵਿੱਚ ਸੁੱਖ ਪ੍ਰਾਪਤ ਹੋਵੇ, ਜਿਵੇਂ ਦਾਨ ਪੁੰਨ, ਭਜਨ, ਸਿਮਰਨ, ਪਰਉਪਕਾਰ, ਪਰਮਾਰਥ ਆਦਿ। ਤੇ ਜਦੋਂ ਅਸੀਂ ਐਸਾ ਕੋਈ ਕਰਮ ਕਰ ਹੀ ਨਹੀਂ ਰਹੇ ਤਾਂ ਅਗਲੇ ਜਨਮ ਵਿੱਚ ਸਾਨੂੰ ਸੁੱਖ ਸੁਵਿਧਾਵਾਂ ਮਿਲਣਗੀਆਂ, ਤੰਦਰੁਸਤੀ ਮਿਲੇਗੀ, ਧਨ ਸੰਪੱਤੀ ਮਿਲੇਗੀ। ਇਹ ਸੋਚਣਾ ਹੀ ਬੇਵਕੂਫੀ ਹੋਵੇਗੀ। ਤੇ ਜਦੋਂ ਐਸਾ ਕੁਝ ਮਿਲੇਗਾ ਹੀ ਨਹੀਂ ਤਾਂ ਸਾਨੂੰ ਆਪਣਾ ਜੀਵਨ ਭੀਖ ਮੰਗ ਕੇ ਹੀ ਗੁਜ਼ਾਰਨਾ ਪਵੇਗਾ।
ਨੂੰਹ ਨੇ ਕਿਹਾ, ਪਿਤਾ ਜੀ ਸਾਨੂੰ ਆਪਣੇ ਕਰਮਾਂ ਕਰਕੇ ਜੋ ਵੀ ਧਨ ਮਿਲਿਆ ਹੈ ਉਸ ਵਿੱਚੋਂ ਕੁਝ ਹਿੱਸਾ ਸਾਨੂੰ ਪਰਮਾਰਥ ਤੇ ਦੀਨ ਦੁਖੀਆਂ ਦੀ ਮਦਦ ਵਿੱਚ ਲਗਾਉਣਾ ਚਾਹੀਦਾ ਹੈ, ਤੇ ਜੇਕਰ ਹੁਣ ਵੀ ਅਸੀਂ ਐਸਾ ਨਾ ਕੀਤਾ ਤਾਂ ਜਿਵੇਂ ਭਿਖਾਰੀ ਨੂੰ ਭੀਖ ਮੰਗਣੀ ਪੈਂਦੀ ਹੈ ਤੇ ਜੋ ਵੀ ਮਿਲਦਾ ਹੈ ਉਸ ਦੇ ਵਿੱਚ ਹੀ ਸਬਰ ਕਰਨਾ ਪੈਂਦਾ ਹੈ, ਸਾਨੂੰ ਵੀ ਐਸਾ ਕਰਮ ਹੰਢਾਉਣਾ ਪੈ ਸਕਦਾ ਹੈ। ਨੂੰਹ ਦੀਆਂ ਗੱਲਾਂ ਸੁਣ ਕੇ ਸੇਠ ਬਹੁਤ ਖੁਸ਼ ਹੋਇਆ। ਉਸਨੇ ਪੁੱਛਿਆ ਕਿ ਬੇਟੀ, ਤੈਨੂੰ ਇਹਨਾਂ ਗਿਆਨ ਕਿਵੇਂ ਪ੍ਰਾਪਤ ਹੋਇਆ? ਤਾਂ ਲੜਕੀ ਨੇ ਕਿਹਾ ਕਿ ਮੇਰੇ ਪਿਤਾ ਜੀ ਬਹੁਤ ਦਿਆਲੂ ਤੇ ਦੀਨ ਦੁਖੀਆਂ ਦੀ ਮਦਦ ਕਰਨ ਵਾਲੇ ਇਨਸਾਨ ਹਨ। ਉਹ ਅਕਸਰ ਹੀ ਦੀਨ ਦੁਖੀਆਂ ਦੀ ਮਦਦ ਕਰਿਆ ਕਰਦੇ ਹਨ ਤੇ ਕਹਿੰਦੇ ਹਨ ਕਿ ਸਾਡੇ ਕੋਲ ਅੱਜ ਜੋ ਕੁਝ ਵੀ ਹੈ, ਜਿੰਨੀਆਂ ਵੀ ਸੁੱਖ ਸੁਵਿਧਾਵਾਂ ਹਨ, ਉਹ ਸਭ ਸਾਨੂੰ ਪਿਛਲੇ ਜਨਮ ਵਿੱਚ ਦੀਨ ਦੁਖੀਆਂ ਦੀ ਸੇਵਾ ਕਰਨ ਕਰਕੇ ਹੀ ਮਿਲੀਆਂ ਹਨ। ਨੂੰਹ ਦੀਆਂ ਗੱਲਾਂ ਸੁਣ ਕੇ ਸੇਠ ਦੀਆਂ ਅੱਖਾਂ ਖੁੱਲ ਗਈਆਂ ਤੇ ਫਿਰ ਉਸਨੇ ਲੜਕੀ ਨੂੰ ਕਿਹਾ ਕਿ ਬੇਟੀ, ਪੁਰਾਣੇ ਕਮਰੇ ਵਿੱਚ ਕੁਝ ਪੁਰਾਣੀ ਕਣਕ ਪਈ ਹੈ, ਤੂੰ ਉਸ ਨੂੰ ਪਿਸਵਾ ਕੇ ਗਰੀਬਾਂ ਦੇ ਲਈ ਭੋਜਨ ਤਿਆਰ ਕਰ ਤੇ ਉਹਨਾਂ ਨੂੰ ਭੋਜਨ ਕਰਾ। ਲੜਕੀ ਨੇ ਪੁਰਾਣੀ ਕਣਕ ਦਾ ਆਟਾ ਬਣਾਇਆ ਤੇ ਖਾਣਾ ਬਣਾ ਕੇ ਸੇਠ ਤੇ ਸੇਠਾਣੀ ਨੂੰ ਪਰੋਸ ਦਿੱਤਾ। ਤਾਂ ਸੇਠ ਦੇ ਗਲੇ ਵਿੱਚੋਂ ਉਹ ਖਾਣਾ ਉਤਰ ਹੀ ਨਹੀਂ ਰਿਹਾ ਸੀ ਤੇ ਸੇਠਾਣੀ ਸ਼ੋਰ ਮਚਾਉਣ ਲੱਗੀ, ਕਿਉਂਕਿ ਜੋ ਰੋਟੀ ਉਸ ਪੁਰਾਣੀ ਕਣਕ ਦੇ ਆਟੇ ਦੀ ਬਣੀ ਸੀ ਉਹ ਖੁਸ਼ਕ ਹੁੰਦੀ ਜਾ ਰਹੀ ਸੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੇਠ ਰੋਟੀ ਨਹੀਂ ਬਲਕਿ ਕੋਈ ਲੱਕੜ ਚੱਪ ਰਿਹਾ ਹੋਵੇ। ਸੇਠ ਨੇ ਕਿਹਾ ਕਿ ਬੇਟੀ, ਅੱਜ ਰੋਟੀ ਐਸੀ ਕਿਉਂ ਬਣੀ ਹੈ? ਤਾਂ ਸੇਠਾਣੀ ਨੇ ਸੇਠ ਨੂੰ ਅੱਗ ਲਗਾਉਂਦੇ ਹੋਏ ਕਿਹਾ ਕਿ ਇਹ ਲੜਕੀ ਤੁਹਾਨੂੰ ਭਿਖਾਰੀਆਂ ਵਾਲਾ ਖਾਣਾ ਖਵਾ ਰਹੀ ਹੈ, ਹੋਰ ਸਵਾਦ ਲਾਓ ਦਾਨ ਪੁੰਨ ਕਰਨ ਦਾ। ਤਾਂ ਨੂੰਹ ਬੜੀ ਹੀ ਨਿਮਰਤਾ ਦੇ ਨਾਲ ਬੋਲੀ ਕਿ ਪਿਤਾ ਜੀ, ਇਸ ਵਿੱਚ ਹੈਰਾਨੀ ਦੀ ਕੀ ਗੱਲ ਹੈ? ਗੱਲ ਤਾਂ ਬਿਲਕੁਲ ਸਿੱਧੀ ਹੈ। ਇਸ ਜਨਮ ਵਿੱਚ ਅਸੀਂ ਜੈਸਾ ਦਾਨ ਪੁੰਨ ਕਰਾਂਗੇ ਵੈਸਾ ਹੀ ਸਾਨੂੰ ਭਵਿੱਖ ਵਿੱਚ ਖਾਣ ਦੇ ਲਈ ਮਿਲੇਗਾ। ਇਸ ਲਈ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਹੈ ਕਿ ਸਾਨੂੰ ਅੱਜ ਤੋਂ ਹੀ ਐਸੇ ਖਾਣੇ ਦੀ ਆਦਤ ਪਾ ਲੈਣੀ ਚਾਹੀਦੀ ਹੈ, ਨਹੀਂ ਤਾਂ ਭਵਿੱਖ ਵਿੱਚ ਫਲ ਪ੍ਰਾਪਤ ਕਰਦੇ ਸਮੇਂ ਸਾਨੂੰ ਤਕਲੀਫ ਹੋਵੇਗੀ। ਅੱਜ ਘਰ ਵਿੱਚ ਜੋ ਖਾਣਾ ਭਿਖਾਰੀਆਂ ਦੇ ਲਈ ਬਣਿਆ ਹੈ ਉਹੀ ਅਸੀਂ ਸਭ ਨੇ ਖਾਧਾ ਹੈ। ਇਸ ਗੱਲ ਨਾਲ ਸੇਠ ਨੂੰ ਸਭ ਕੁਝ ਸਮਝ ਆ ਗਿਆ ਤੇ ਉਹ ਬੋਲਿਆ ਕਿ ਬੇਟੀ, ਕੀ ਸਮਝਾਉਣਾ ਚਾਹੁੰਦੀ ਹੈ ਤੂੰ? ਫਿਰ ਦੂਜੇ ਦਿਨ ਸੇਠ ਨੇ ਵਧੀਆ ਤੇ ਤਾਜ਼ੀ ਕਣਕ ਪਿਸਵਾ ਕੇ ਭੋਜਨ ਬਣਵਾਇਆ ਤੇ ਆਪਣੇ ਪੂਰੇ ਪਰਿਵਾਰ ਦੇ ਨਾਲ ਗਰੀਬ ਲੋਕਾਂ ਨੂੰ ਵੀ ਭੋਜਨ ਕਰਵਾਇਆ। ਇਸ ਤਰ੍ਹਾਂ ਉਹ ਸੇਠ ਸਾਧੂਆਂ ਦੀ ਸੇਵਾ ਕਰਨ ਲੱਗਾ ਤੇ ਦੀਨ ਦੁਖੀਆਂ ਦੀ ਮਦਦ ਕਰਨ ਲੱਗਾ। ਦੋਸਤੋ, ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਹਨ, ਕਿਉਂਕਿ ਸਾਡੇ ਅੱਜ ਦੇ ਕੀਤੇ ਗਏ ਕਰਮ ਹੀ ਇਹ ਤੈਅ ਕਰਦੇ ਹਨ ਕਿ ਸਾਡਾ ਕੱਲ੍ਹ ਕੈਸਾ ਹੋਵੇਗਾ। ਦੋਸਤੋ, ਜੈਸਾ ਕਰਾਂਗੇ ਵੈਸਾ ਹੀ ਪਾਵਾਂਗੇ। ਜੇ ਚੰਗੇ ਕਰਮ ਹੋਣਗੇ ਤਾਂ ਸੁਖਮਈ ਜ਼ਿੰਦਗੀ ਬਿਤਾਵਾਂਗੇ ਤੇ ਜੇ ਬੁਰੇ ਕਰਮ ਹੋਣਗੇ ਤਾਂ ਦੁੱਖਾਂ ਵਿੱਚ ਰੁੱਲ ਜਾਵਾਂਗੇ। ਸੋ ਦੋਸਤੋ, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।